ਰੈਫਰੈਂਡਮ 2020 ਦੇ ਉੱਤੇ ਬੇਕਸੂਰੇ ਨੌਜਵਾਨਾਂ ਨੂੰ ਥਾਣਿਆਂ 'ਚ ਬਿਠਾ ਕੇ ਜਲੀਲ ਕਰਕੇ ਉਹਨਾਂ ਦੀ ਜੇਬ ਕੱਟਣ ਦੇ ਵਿੱਚ ਮਹਾਰਤ ਰੱਖਦੇ ਆ, ਪਰ ਜਦੋਂ ਕੋਈ ਠੱਗੀ ਲੱਗੀ ਹੋਵੇ ਵੱਡੀ ਤੇ ਉਸ ਠੱਗ ਨੂੰ ਫੜਨ ਵਾਸਤੇ ਇਹਨਾਂ ਦੇ ਕੋਲੇ ਸਮਾਂ ਨਹੀਂ ਹੈਗਾ। ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਸਾਹਿਬ ਲੁਧਿਆਣਾ ਤੋਂ ਸਰਦਾਰ ਰਵਨੀਤ ਸਿੰਘ ਬਿੱਟੂ, ਉਹ ਕਦੇ ਕਿਸੇ ਗਾਉਣ ਵਾਲੇ ਦੀ ਗੱਲ ਕਰਦੇ ਆ, ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਲ ਉਹਨਾਂ ਨੂੰ ਆਪਣਾ ਪਾਰਲੀਮਾਨੀ ਹਲਕਾ ਯਾਦ ਨਹੀਂ। ਕੈਪਟਨ ਅਮਰਿੰਦਰ ਸਿੰਘ ਸਾਹਿਬ ਉਹ ਗੁਫਾਵਾਸੀ ਹੋਏ ਆ। ਬਾਦਲਾਂ ਦੀਆਂ ਬੱਸਾਂ ਦੇ ਵਿੱਚ 52 ਬੰਦੇ ਬੈਠ ਸਕਦੇ ਆ, ਵਿਆਹ ਦੇ ਵਿੱਚ 30 ਬੰਦਿਆਂ ਤੋਂ ਵੱਧ 15 ਕੁੜੀ ਵਾਲੇ ਤੇ 15 ਮੁੰਡੇ ਵਾਲੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਪੁਲਿਸੀਏ ਵਿਆਹਾਂ ਦੇ ਵਿੱਚ ਜਾ ਕੇ ਡਾਂਗ ਖੜਕਾਉਂਦੇ ਆ। ਇਹ ਲੋਕਾਂ ਦੇ ਚਲਾਨ ਕੱਟਣ ਵੇਲੇ ਡਾਂਗ ਖੜਕਾਉਂਦੇ ਆ ਵੀ ਤੇਰੇ ਮਾਸਕ ਨਹੀਂ ਪਾਇਆ, ਰੱਖ 500 ਰੁਪਈਆ। ਐਸਐਸਪੀ ਨੂੰ ਲੈਟਰ ਕਿਦਾਂ ਦਿੱਤਾ ਹੈ? 11 ਤਰੀਕ। ਆਵਾਜ਼ ਆ ਰਹੀ ਸਹੀ? ਤੁਸੀਂ ਤਾਂ ਨਹੀਂ ਕੋਈ ਚਿੱਠੀ ਪੱਤਰ ਜੇ ਕੀਤਾ ਹਲਵਾਰੇ ਵਾਲਿਆਂ ਨੇ? ਨਹੀਂ ਸਰ। ਠੀਕ ਹੈ, ਠੀਕ। ਹਾਂਜੀ ਸਰ, ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਲੈ ਕੇ ਹਮੇਸ਼ਾ ਸਵਾਲ ਖੜੇ ਹੁੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕੈਸੀ ਆ। ਪੰਜਾਬ ਦੇ ਅੰਦਰ ਅਮਨ ਕਾਨੂੰਨ ਬਹਾਲ ਕਰਨ ਵਾਲੀ ਏਜੰਸੀ ਮਤਲਬ ਕਿ ਪੰਜਾਬ ਪੁਲਿਸ ਕੀ ਕਰਦੀ ਆ। ਅੱਜ ਮੈਂ ਪ੍ਰੈਸ ਕਾਨਫਰੰਸ ਜਰੀਏ ਉਹ ਦੋਸਤ ਨੌਜਵਾਨ ਸਾਥੀ ਖੜੇ ਆ ਜਿਹੜੇ ਨੌਕਰੀ ਦੇ ਨਾਮ ਤੇ ਫੌਜ ਦੇ ਵਿੱਚ ਨੌਕਰੀ ਪ੍ਰਾਪਤ ਕਰਨ ਦੇ ਨਾਮ ਦੇ ਉੱਤੇ ਠੱਗੇ ਗਏ, ਤੇ ਠੱਗੀ ਵੀ ਕੋਈ ਹਜ਼ਾਰਾਂ ਦੇ ਵਿੱਚ ਨਹੀਂ, ਠੱਗੀ ਲੱਗੀ ਕਿਸੇ ਨੂੰ 3 ਲੱਖ, ਕਿਸੇ ਨੂੰ 3.5, ਕਿਸੇ ਨੂੰ 4 ਲੱਖ, ਤੇ ਤਕਰੀਬਨ 300-350 ਦੇ ਕਰੀਬ ਪੂਰੇ ਪੰਜਾਬ ਦੇ ਵਿੱਚੋਂ ਇਹ ਨੌਜਵਾਨ ਹੈਗੇ ਜਿਨ੍ਹਾਂ ਨੇ ਫੌਜ 'ਚ ਭਰਤੀ ਹੋਣ ਦੇ ਝਾਂਸੇ ਦੇ ਵਿੱਚ ਆ ਕੇ ਬੇਰੁਜ਼ਗਾਰ ਹੈਗੇ ਆ। ਬੇਰੁਜ਼ਗਾਰ ਬੰਦਾ ਮਾਂ-ਬਾਪ ਸੋਚਦਾ ਵੀ ਚਲੋ ਕਿਤੇ ਨੌਜਵਾਨ ਪੁੱਤ ਨੌਕਰੀ ਤੇ ਲੱਗ ਜਾਊਗਾ, ਕੋਈ 4 ਛਿੱਲੜ ਘਰ ਦੀ ਹਾਲਤ ਚੰਗੀ ਹੋ ਜਾਊਗੀ। ਸੋ ਇਹ ਪੈਸੇ ਇਹਨਾਂ ਦੇ ਪੇਰੈਂਟਸ ਨੇ ਵਿਆਜ ਦੇ ਉੱਤੇ ਚੱਕ ਕੇ, ਕਿਸੇ ਦੀ ਮਾਂ ਨੇ ਗਹਿਣੇ ਵਿੱਚ, ਕਿਸੇ ਦੇ ਬਾਪੂ ਨੇ ਘਰ ਗਿਰਵੀ ਰੱਖ ਕੇ 4 ਲੱਖ 3.5 ਲੱਖ ਰੁਪਈਆ ਲੈ ਕੇ ਠੱਗ ਬੰਦਿਆਂ ਨੂੰ ਦੇ ਦਿੱਤਾ। ਐਂਡ 350-400 ਦੇ ਕਰੀਬ ਬੰਦਾ ਤੇ ਠੱਗੀ ਮਾਰਨ ਵਾਲਾ ਰਾਜਪਾਲ ਸਿੰਘ, ਵਰਿੰਦਰ, ਜਸਪਾਲ ਤੇ ਸੰਦੀਪ ਗਿੱਲ। ਮੇਰੇ ਕੋਲੇ ਫੋਟੋਗ੍ਰਾਫ ਦਿਖਾਏ ਨੌਜਵਾਨਾਂ ਜਿਨ੍ਹਾਂ ਦੇ ਵਿੱਚ ਕਰਨਲ ਆਪਣੇ ਆਪ ਨੂੰ ਵਰਦੀ ਪਾਈ ਹੋਈ ਹੈ, ਵਰਦੀ ਪਾ ਕੇ ਲੈਫਟੀਨੈਂਟ ਕਰਨਲ ਦੱਸਦੇ ਆ, ਤੇ ਉਹ ਠੱਗੀ ਮਾਰ ਗਏ। ਇਹ ਨੌਜਵਾਨ ਜਿਹੜੇ ਬੇਰੁਜ਼ਗਾਰ ਆ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਹਰ ਘਰ ਦੇ ਵਿੱਚ ਇੱਕ ਪਰਿਵਾਰ ਦੇ ਅੰਦਰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੇ ਸੀ, ਜੇ ਕਿਤੇ ਉਹ ਵਾਅਦਾ ਪੂਰਾ ਕੀਤਾ ਹੁੰਦਾ ਤੇ ਮੇਰਾ ਖਿਆਲ ਇਹ ਦੋਸਤ ਜਿਹੜੇ 15 ਕਰੋੜ ਰੁਪਏ ਤੋਂ ਜ਼ਿਆਦਾ ਦੇ ਵਿੱਚ ਠੱਗੇ ਨਾ ਜਾਂਦੇ। ਦੂਸਰੀ ਵੱਡੀ ਅਫਸੋਸ ਦੀ ਗੱਲ ਲਾਅ ਐਂਡ ਆਰਡਰ ਦੀ ਮੈਂ ਗੱਲ ਕਰ ਰਿਹਾ ਸੀ। ਲਾਅ ਮੇਨਟੇਨ ਕਰਨ ਵਾਲੀ ਏਜੰਸੀ ਪੰਜਾਬ ਪੁਲਿਸ ਅੱਜ ਚੁੱਪ ਤੇ ਖਾਮੋਸ਼ ਹੈ। ਮੇਰਾ ਖਿਆਲ ਅੱਜ ਤੋਂ 10-12 ਦਿਨ ਪਹਿਲਾਂ ਇਹ ਮੌੜ ਬਠਿੰਡਾ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਮੇਰਾ ਦਫ਼ਤਰ ਭਰਿਆ ਪਿਆ, ਤੁਸੀਂ ਉਹਨਾਂ ਦੀ ਵਾਈਟ ਵੀ ਕਰਿਓ। ਇਹ ਪੁਲਿਸ ਨੂੰ ਦਰਖਾਸਤ, ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਆਏ। ਹਜੇ ਤੱਕ ਅਫਸੋਸ ਕਿ ਕਿਸੇ ਵੀ ਤਫਤੀਸ਼ੀ ਅਫਸਰ ਨੇ ਇਹਨਾਂ ਠੱਗੇ ਗਏ ਪੀੜਤਾਂ ਦੇ ਵਿੱਚੋਂ ਕਿਸੇ ਦੇ ਬਿਆਨ ਤੱਕ ਨਹੀਂ ਦਰਜ ਕੀਤੇ। ਐਫਆਈਆਰ ਤਾਂ ਬੜੀ ਦੂਰ ਦੀ ਗੱਲ ਆ। ਐਸਐਸਪੀ ਸਾਹਿਬ ਨੇ ਉਹ ਦਰਖਾਸਤ ਕਿਹੜੇ ਅਫਸਰ ਨੂੰ ਮਾਰਕ ਕੀਤੀ, ਉਸ ਅਫਸਰ ਨੇ ਅੱਗੇ ਇਹਨਾਂ ਪੀੜਤਾਂ ਦੇ ਬਿਆਨ, ਐਫਆਈਆਰ ਬੜਾ ਦੂਰ ਦਾ ਕੰਮ ਹੈ, ਬਿਆਨ ਤੱਕ ਨਹੀਂ ਦਰਜ ਕੀਤੇ। ਸਮਝ ਸਕਦੇ ਹੋ ਕਿ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਆ, ਉਹ ਪੁਲਿਸ ਜਿਹੜੀ ਇੱਕ ਰੇੜੀ ਵਾਲੇ ਦੇ ਕੇਲੇ ਚੱਕ ਕੇ ਆਪਣੀ ਗੱਡੀ 'ਚ ਰੱਖ ਸਕਦੀ ਹੈ, ਉਹ ਪੁਲਿਸ ਜਿਹਦਾ ਮਿਆਰ ਮਿੱਟੀ ਦੇ ਵਿੱਚ ਬਣਾਤਾ ਖਾਕੀ ਦੇ ਲੋਕਾਂ ਨੇ। ਅਸਲ ਦੋਸ਼ੀ ਦੇ ਗਲਾਵੇਂ ਨੂੰ ਹੱਥ ਪਾਉਣ ਤੋਂ ਕਿਉਂ ਡਰਦੇ ਆ? ਕਿਉਂਕਿ ਉਹ ਬੰਦੇ ਨੇ ਕੋਈ 25-30 ਕਰੋੜ ਰੁਪਏ ਦੀ ਠੱਗੀ ਮਾਰ ਲਈ। ਉਸ 25-30 ਕਰੋੜ ਰੁਪਏ ਦੇ ਵਿੱਚੋਂ ਵੱਖ-ਵੱਖ ਅਫਸਰਾਂ ਨੂੰ, ਉਹਨਾਂ ਨੂੰ ਚੁੱਪ ਕਰਾਉਣ ਵਾਸਤੇ, ਗੋਸਲੋ ਕਰਨ ਵਾਸਤੇ ਇਹ ਸਾਰਾ ਦਾਰੋਮਦਾਰ ਬੰਦੋਬਸਤ ਕਰਦੇ ਆ। ਸੋ ਅੱਜ ਇਹ ਦੋਸਤ ਇਕੱਠੇ ਹੋਏ ਆ, ਤੁਸੀਂ ਹੈਰਾਨ ਰਹਿ ਜਾਓਗੇ। ਠੱਗੀ ਇਸ ਕਦਰ ਠੱਗ ਦਾ ਹੌਸਲਾ ਕਿ ਉਹ ਇਹਨਾਂ ਨੂੰ ਪਹਿਲਾਂ ਤਾਂ ਜਿਹੜਾ ਇਹਨਾਂ ਦੇ ਟੈਸਟ ਵਾਲਾ ਜਾਲੀ ਸਰਕਾਰੀ ਮੋਹਰਾਂ ਲੱਗੀਆਂ ਹੋਈਆਂ ਨੇ, ਜਾਲੀ ਇਹ ਰੋਲ ਨੰਬਰ ਕਹਿ ਦੂੰਗਾ ਕਿ ਤੁਸੀਂ ਟੈਸਟ ਦੇ ਵਿੱਚ ਜਾ ਸਕਦੇ ਹੋ, ਐਂਟਰੀ ਪਾਸ ਹੈਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਠੱਗੀ ਦਾ ਚਰਮ ਦੇਖੋ
इंडियन आर्मी रिक्रूटमेंट सर्टिफिकेट जारी करता है। भारतीय फौज ਦੇ ਵਿੱਚ ਭਰਤੀ ਹੋਣ ਦਾ ਜਾਲੀ ਸਰਟੀਫਿਕੇਟ ਮੋਹਰ ਲੱਗੀ ਆ, ਸਾਈਨ ਹੋਏ ਹੋਏ ਆ, ਨੰਬਰ ਪਿਆ ਹੋਇਆ, ਤੇ ਪੰਜਾਬ ਪੁਲਿਸ ਚੁੱਪ ਤੇ ਖਾਮੋਸ਼ ਹੈਗੀ ਹੈ। ਉਹ ਪੰਜਾਬ ਪੁਲਿਸ ਕੋਲੇ ਤਾਂ ਜਦੋਂ ਇਹ ਨੌਜਵਾਨ ਗਏ ਉਹਨੂੰ ਤਾਂ ਤੁਰੰਤ ਚਾਹੀਦਾ ਸੀ ਇਨੈਕਸ਼ਨ, ਉਹ ਤੁਰੰਤ ਹਰਕਤ ਵਿੱਚ ਆਉਂਦੇ ਤੇ ਤੁਰੰਤ ਦੋਸ਼ੀ ਦੇ ਗਲਾਮੇ ਤੱਕ ਪਹੁੰਚ ਜਾਂਦੇ। ਪਰ ਅਫਸੋਸ ਹੈ ਕਿ ਪੰਜਾਬ ਪੁਲਿਸ ਚੁੱਪ ਤੇ ਖਾਮੋਸ਼ ਕਿਉਂਕਿ ਪੰਜਾਬ ਪੁਲਿਸ ਦਾ ਸਤਿਕਾਰਯੋਗ ਮੁੱਖ ਮੰਤਰੀ ਜਿਨ੍ਹਾਂ ਦੇ ਕੋਲੇ ਗ੍ਰਹਿ ਵਿਭਾਗ ਵੀ ਹੈ ਕੈਪਟਨ ਅਮਰਿੰਦਰ ਸਿੰਘ ਸਾਹਿਬ, ਉਹ ਗੁਫਾਵਾਸੀ ਹੋਏ ਹੋਏ ਆ, ਉਹ ਸੈਲਫ ਕੁਆਰੰਟਾਈਨ ਹੋਏ ਹੋਏ ਆ। ਸ਼ਾਸਨ ਇਨਐਕਸ਼ਨ ਹੋਏਗਾ ਤੇ ਪ੍ਰਸ਼ਾਸਨ ਕੰਮ ਕਰੇਗਾ। ਐਡਮਿਨਿਸਟ੍ਰੇਸ਼ਨ ਉਦੋਂ ਕੰਮ ਕਰੇਗਾ ਜਦੋਂ ਰੂਲਿੰਗ ਵਾਲੇ ਲੋਕ ਜਿਹੜੇ ਸੱਤਾ ਦੇ ਵਿੱਚ ਆ, ਜਦੋਂ ਉਹ ਲੋਕ ਇਨਐਕਸ਼ਨ ਹੋਣਗੇ। ਹੁਣ ਕੈਪਟਨ ਅਮਰਿੰਦਰ ਸਿੰਘ ਦਾ ਇਨਐਕਸ਼ਨ ਦੀ ਜਗ੍ਹਾ ਉਹ ਤਾਂ ਗੁਫਾਵਾਸੀ ਹੋਏ ਹੋਏ, ਸੈਲਫ ਕੁਆਰੰਟਾਈਨ ਹੋਏ ਹੋਏ ਆ, ਤੇ ਥੱਲੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਨਾਲ ਕੀ ਕਰਦਾ, ਇਹ ਜਿਉਂਦੀ ਜਾਗਦੀ ਮਿਸਾਲ ਹੈਗੀ ਆ। ਕਰੋਨਾ ਦੇ ਨਾਮ ਦੇ ਉੱਤੇ ਅੱਜ ਲੋਕਾਂ ਨੂੰ ਤੁਸੀਂ ਡਰਾਓ। ਮੈਂ ਸਮਝਦਾ ਕਿ ਮਹਾਮਾਰੀ ਹੈ, ਪਰ ਅੱਜ ਕਰੋਨਾ ਦੇ ਨਾਲ ਕਰੋਨਾ ਰਾਜਨੀਤਿਕ ਭੂਤ ਬਣ ਗਿਆ। ਇਹ ਜਿਹੜਾ ਕਰੋਨਾ ਰਾਜਨੀਤਿਕ ਭੂਤ ਬਣਿਆ ਇਹ ਅਤਿਅੰਤ ਮਾੜਾ। ਇਹ ਗੱਲਾਂ ਮੇਰੀਆਂ ਅੱਜ ਹੋ ਸਕਦਾ ਬਹੁਤ ਸਾਰੇ ਵਰਗ ਨੂੰ, ਬਹੁਤ ਸਾਰੇ ਲੋਕਾਂ ਨੂੰ ਅਟਪਟੀਆਂ ਲੱਗਣ ਵੀ ਕਰੋਨਾ ਦੇ ਬਰਖਲਾਫ, ਪਰ ਕਰੋਨਾ ਦੇ ਉੱਤੇ ਜਿਹੜਾ ਰਾਜਨੀਤਿਕ ਭੂਤ ਚਿਮੜਿਆ ਹੋਇਆ ਨਾ, ਇਹ ਵੱਡੀ ਪੱਧਰ ਤੇ ਨੁਕਸਾਨ ਕਰ ਰਿਹਾ। ਕੱਲੇ ਸਾਡੇ ਸੂਬੇ ਦਾ ਨਹੀਂ, ਦੇਸ਼ ਦਾ ਨੁਕਸਾਨ। ਮੂੰਹ ਤੇ ਚੇਪੀ ਲਾ ਲਓ, ਕੋਈ ਨਹੀਂ ਬੋਲ ਸਕਦਾ। ਬਾਦਲਾਂ ਦੀਆਂ ਬੱਸਾਂ ਦੇ ਵਿੱਚ 52 ਬੰਦੇ ਬੈਠ ਸਕਦੇ ਆ, ਵਿਆਹ ਦੇ ਵਿੱਚ 30 ਬੰਦਿਆਂ ਤੋਂ ਵੱਧ 15 ਕੁੜੀ ਵਾਲੇ ਤੇ 15 ਮੁੰਡੇ ਵਾਲੇ, ਇਹ ਤੋਂ ਵੱਧ ਨਹੀਂ। ਇਹ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਪੁਲਿਸੀਏ ਵਿਆਹਾਂ ਦੇ ਵਿੱਚ ਜਾ ਕੇ ਡਾਂਗ ਖੜਕਾਉਂਦੇ ਆ। ਇਹ ਲੋਕਾਂ ਦੇ ਚਲਾਨ ਕੱਟਣ ਵੇਲੇ ਡਾਂਗ ਖੜਕਾਉਂਦੇ ਆ ਵੀ ਤੇਰੇ ਮਾਸਕ ਨਹੀਂ ਪਾਇਆ, ਰੱਖ 500 ਰੁਪਇਆ। ਇਹ ਰੈਫਰੈਂਡਮ 2020 ਦੇ ਉੱਤੇ ਬੇਕਸੂਰੇ ਨੌਜਵਾਨਾਂ ਨੂੰ ਥਾਣਿਆਂ 'ਚ ਬਿਠਾ ਕੇ ਦਲੀਲ ਕਰਕੇ ਉਹਨਾਂ ਦੀ ਜੇਬ ਕੱਟਣ ਦੇ ਵਿੱਚ ਮੁਹਾਰਤ ਰੱਖਦੇ ਆ। ਪਰ ਜਦੋਂ ਕੋਈ ਠੱਗੀ ਲੱਗੀ ਹੋਵੇ ਵੱਡੀ, ਤੇ ਉਸ ਠੱਗ ਨੂੰ ਫੜਨ ਵਾਸਤੇ ਇਹਨਾਂ ਦੇ ਕੋਲੇ ਸਮਾਂ ਨਹੀਂ ਹੈਗਾ। ਸਮਾਂ ਇਸ ਕਰਕੇ ਨਹੀਂ ਗਾ ਕਿਉਂਕਿ ਇਹਨਾਂ ਦੀ ਪੁੱਛ ਪੜਤਾਲ ਕਰਨ ਵਾਲਾ ਸਤਿਕਾਰਯੋਗ ਗ੍ਰਹਿ ਮੰਤਰੀ, ਜਿਹੜੇ ਸਤਿਕਾਰਯੋਗ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਆ, ਉਹ ਅੱਜ ਗੁਫਾਵਾਸੀ ਹੋਏ। ਉਹ ਕਿਸੇ ਨੂੰ ਨਹੀਂ ਪੁੱਛਦੇ, ਕਿਸੇ ਨੂੰ ਨਹੀਂ ਸੁਣਦੇ, ਕਿਸੇ ਨੂੰ ਨਹੀਂ ਗਿਣਦੇ ਕਿ ਕੌਣ ਕੀ ਕਰ ਰਿਹਾ, ਮੇਰੇ ਰਾਜ ਦੀ ਜਨਤਾ ਨੂੰ ਕੀ ਤੰਗੀਆਂ, ਕੀ ਪਰੇਸ਼ਾਨੀਆਂ। तो मैं इन्हां दोस्तां नूं लोक इंसाफ पार्टी वालों मेरे को आया, मैं यकीन दवाना इस ठग ने जिहदा नाम हैगा राजपाल, संदीप, जसपाल ते बरिंदर, ये भी पता लग्या भी इन्हां दे नाल जिहड़ी 15-20 करोड़ रुपए की ठगी मारी है, उन्हें खरीदी है जायदाद, जमीन खरीदी है उन्हें। मैं इन्हां दोस्तां की ड्यूटी लाई है भी तुसीं ओहदी जमीन कित्थे हैगी है ये पता करो, ताकि तुसीं 250 ਤੁਸੀਂ 300 ਉਹ 300 ਨੂੰ ਉਸ ਜ਼ਮੀਨ ਦੇ ਉੱਤੇ ਕਾਬੂ। ਬਿੱਲੇ ਨੂੰ ਸੇਕ ਲੱਗਦਾ ਤੇ ਬਲੂੰਗੜੇ ਪੈਰਾਂ ਥੱਲੇ ਆਉਂਦੇ ਆ। ਕੱਲਾ ਪੁਲਿਸ ਕਾਰਵਾਈ ਨਹੀਂ, ਅਸੀਂ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਵਾਸਤੇ ਜਿਨ੍ਹਾਂ ਦੇ ਮਾਂ-ਬਾਪ ਨੇ ਗਹਿਣਾ ਗੱਟਾ ਵੇਚ ਕੇ ਆਪਣੇ ਘਰ ਗਿਰਵੀ ਰੱਖ ਕੇ ਇਸ ਠੱਗ ਦਾ ਮੂੰਹ ਭਰਤਾ ਵੀ ਕਿਤੇ ਸਾਡੇ ਮੁੰਡੇ ਸਰਕਾਰੀ ਨੌਕਰੀ ਕਰ ਲੈਣਗੇ, ਤੇ ਇਹਨਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਆ। ਮੈਂ FIR ਦਰਜ ਕਰਾਉਣ ਵਾਸਤੇ ਸਤਿਕਾਰਯੋਗ SSP, ਸਤਿਕਾਰਯੋਗ ਪੁਲਿਸ ਅਧਿਕਾਰੀਆਂ ਨੂੰ ਵੀ ਤੁਹਾਡੇ ਜਰੀਏ ਬੇਨਤੀ ਕਰਦਾ, ਪਰਸਨਲੀ ਟੈਲੀਫੋਨ ਵੀ ਕਰੂੰਗਾ ਵੀ ਤੁਰੰਤ FIR ਦਰਜ ਕਰ ਦਿਓ ਕੱਲੇ ਵੱਲੋਂ। ਇਹ ਨਹੀਂ ਵੀ 250 ਜਾਂ 100 ਵੱਲੋਂ 50 ਵੱਲੋਂ ਇਕੱਠੀ ਦੇ ਦਿੱਤੀ, ਇੱਕ ਕੱਲੇ ਵੱਲੋਂ FIR ਦਰਜ ਹੋਏਗੀ। ਤੇ ਜਿਹੜੇ ਇਸ ਠੱਗ ਨੇ ਪੰਜਾਬ ਦੇ ਅੰਦਰ ਇਹਨਾਂ ਦੇ ਨਾਲ ਠੱਗੀ ਮਾਰਨ ਤੋਂ ਜਿਹੜਾ ਕਰੋੜਾਂ ਰੁਪਈਆ ਇਹਨਾਂ ਨੇ ਬਣਾਇਆ, ਉਹ ਕਰੋੜਾਂ ਰੁਪਈਏ ਨਾਲ ਜਿਹੜੇ ਖੱਤੇ ਖੇਤ ਜਾਂ ਪਲਾਟ ਖਰੀਦੇ ਉਹ ਇਹਨਾਂ ਨੌਜਵਾਨਾਂ ਦੇ, ਤਾਂ ਜੋ ਇਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਪਰ ਸਰ ਸਰਕਾਰ ਤੇ ਜਿਹੜੇ ਆਲਾ ਪ੍ਰਸ਼ਾਸਨ ਹੈਗਾ ਲਗਾਤਾਰ ਇਹਨਾਂ ਠੱਗਾਂ ਤੋਂ ਬਚਣ ਦੀ ਅਪੀਲ ਵੀ ਕਰਦਾ ਰਹਿੰਦਾ, ਜਾਗਰੂਕ ਵੀ ਕਰਦਾ, ਪਰ ਫਿਰ ਵੀ ਅਜਿਹੇ ਠੱਗ ਜਿਹੜੇ ਸ਼ਾਤਿਰ ਹੈਗੇ ਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ। ਕਿਸ ਤਰੀਕੇ ਦੀ ਉਹਨਾਂ ਦੇ ਉੱਤੇ ਤੁਹਾਡਾ ਗੱਲ ਬਿਲਕੁਲ ਵਾਜਬ ਆ, ਸਰਕਾਰ ਜਾਗਰੂਕ ਕਰਦੀ ਆ। ਇੱਕ ਨੌਜਵਾਨ ਜਿਹੜਾ ਬੇਰੁਜ਼ਗਾਰ ਹੈ, ਜਿਹੜਾ ਕਿਸੇ ਨੇ ਗ੍ਰੈਜੂਏਟ ਕੀਤੀ, ਕੋਈ ਪੋਸਟ ਗ੍ਰੈਜੂਏਟ, ਕੋਈ ਡਿਪਲੋਮਾ ਹੋਲਡਰ ਆ, ਉਹ ਪਹਿਲਾਂ ਤਾਂ ਮਾਂ-ਬਾਪ ਨੇ ਬੜੇ ਔਖੇ ਹੋ ਕੇ ਆਰਥਿਕ ਮਾੜੇ ਹਾਲਾਤਾਂ ਦੇ ਵਿੱਚ ਔਖੇ ਹੋ ਕੇ ਇਹਨਾਂ ਦੀ ਪੜ੍ਹਾਈ ਲਿਖਾਈ ਕਰਾਈ। ਫਿਰ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਆ ਵੀ ਵਾਅਦਾ ਕੀਤਾ ਸੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਮਿਲੂਗੀ, ਉਹ ਮਿਲੀ ਨਹੀਂ। ਫਿਰ ਮਾਂ-ਬਾਪ ਦੀ ਮਜਬੂਰੀ ਬਣ ਜਾਂਦੀ ਆ। ਮਾਂ-ਬਾਪ ਸੋਚਦੇ ਆ ਵੀ ਚਲੋ ਜਿੱਥੇ ओखली में सर्दियां तो मुस्लिम का क्या डर भी जिथे पहला 2 वजिया ते 2 होर बच जाएंगे,
ਪੜ੍ਹਾਈ ਵੇਲੇ ਪੈਸੇ ਬੜੀ ਆਰਥਿਕ ਮਾੜੀ ਹਾਲਤ ਦੇ ਵਿੱਚੋਂ ਬੱਚੇ ਪੜ੍ਹਾ ਲਏ, ਪੈਸੇ ਪੂਸੇ ਫੜ ਕੇ ਮਾਂ-ਬਾਪ ਦੀ ਸੋਚ ਹੁੰਦੀ ਹੈ ਵੀ ਕਿਤੇ ਕਾਸ਼ ਸਾਡਾ ਬੱਚਾ ਸਰਕਾਰੀ ਨੌਕਰੀ ਦੇ ਉੱਤੇ ਐਡਜਸਟ ਹੋ ਜਾਵੇ। ਜੇ ਹੁਣ ਇਹਨਾਂ ਨੇ ਉਹ ਬੰਦੇ ਦੀਆਂ ਗੱਲਾਂ, ਜਿਹੜਾ ਆਪਣੇ ਆਪ ਨੂੰ ਲੈਫਟੀਨੈਂਟ ਕਰਨਲ ਦੱਸਦਾ, ਜੇ ਇਹ ਲੋਕ ਠੱਗੇ ਗਏ, ਵੇਅਰ ਇਜ਼ ਲਾਅ ਐਂਡ ਆਰਡਰ? ਕਿੱਥੇ ਹੈਗਾ ਅਮਨ ਤੇ ਕਾਨੂੰਨ? ਕਿੱਥੇ ਹੈਗਾ ਅਮਨ ਤੇ ਕਾਨੂੰਨ ਬਹਾਲ ਕਰਨ ਵਾਲੀ ਪੁਲਿਸ ਏਜੰਸੀ? ਮੈਂ ਪੁਲਿਸ ਏਜੰਸੀ ਦੀ ਗੱਲ ਕਰਕੇ ਹਟਿਆ ਵੀ ਪੁਲਿਸ ਏਜੰਸੀ ਸਿਰਫ ਤੇ ਸਿਰਫ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਦੀ ਜੇਬ ਕੱਟਣ ਦਾ ਕੀ ਹੈ? ਜੇ ਠੱਗ ਕਰੋੜਾਂ ਰੁਪਇਆ ਠੱਗ ਕੇ ਲੈਫਟੀਨੈਂਟ ਕਰਨਲ ਦੀ ਵਰਦੀ ਪਾ ਕੇ ਇੰਡੀਅਨ ਆਰਮੀ ਰਿਕਰੂਟਮੈਂਟ ਸਰਟੀਫਿਕੇਟ ਤਿਆਰ ਕਰ ਸਕਦਾ, ਇਦੋਂ ਵੱਡਾ ਕੋਈ ਹੋਰ ਠੱਗਾ ਹੋ ਸਕਦਾ? ਤੇ ਪੰਜਾਬ ਪੁਲਿਸ ਚੁੱਪ ਤੇ ਖਾਮੋਸ਼ ਬੈਠੀ ਹੈ। ਰੀਜ਼ਨ ਕਿਉਂਕਿ ਪੰਜਾਬ ਪੁਲਿਸ ਆਪ ਇਸ ਕਰਤੂਤ ਇਹੋ ਜਿਹੇ ਕੰਮਾਂ ਦੇ ਵਿੱਚ ਸਾਰਾ ਦਿਨ ਪੁਲਿਸੀਏ ਖੁਦ ਸ਼ਮੂਲੀਅਤ ਰੱਖਦੇ ਆ। ਤੇ ਹੁਣ ਤੁਹਾਡੇ ਵੱਲੋਂ ਲੋਕ ਇਨਸਾਫ ਪਾਰਟੀ ਵੱਲੋਂ ਕਿੱਦਾਂ ਦਾ ਅਸੀਂ FIR ਦਰਜ ਕਰਾਵਾਂਗੇ, ਚਾਹੇ ਸਾਨੂੰ ਕਿਸੇ ਅਫਸਰ ਦੇ ਦਫ਼ਤਰ ਬਾਹਰ ਜਾ ਕੇ ਬੈਠਣਾ ਪਵੇ, ਚਾਹੇ SSP ਹੋਵੇ, ਚਾਹੇ ਕੋਈ ਹੋਰ ਪੁਲਿਸ ਅਧਿਕਾਰੀ ਹੋਵੇ। ਪਹਿਲਾਂ ਤਾਂ ਇੰਡੀਵਿਜੂਅਲ ਕੱਲੇ ਵੱਲੋਂ ਕੀਤੇ ਦੋਸ਼ ਦੀ FIR ਦਰਜ ਹੋਏਗੀ, ਫਿਰ ਜਿਹੜੀ ਇਸ ਠੱਗੀ ਦੀ ਰਕਮ ਦੇ ਵਿੱਚੋਂ ਜ਼ਮੀਨ ਜਾਇਦਾਦ ਕੋਈ ਪਲਾਟ ਖਰੀਦੇ ਆ, ਉਹਨਾਂ ਪਲਾਟਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਦੋਸਤਾਂ ਨੂੰ ਉਹਨਾਂ ਪਲਾਟਾਂ ਦੇ ਉੱਤੇ ਕਾਬਜ਼ ਕਰਾਉਣ ਵਾਸਤੇ, ਅਸਲ ਇਹਨਾਂ ਦੇ ਪੈਸੇ ਦੇ ਨਾਲ ਉਹ ਜ਼ਮੀਨ ਜਾਇਦਾਦ ਖਰੀਦੀ ਹੈ। ਸੋ ਅਸੀਂ ਇਹਨਾਂ ਦੀ ਹਰ ਹੀਲੇ ਮਦਦ ਕਰਾਂਗੇ। ਪੰਜਾਬ ਵਿੱਚ ਸਰ ਬਹੁਤ ਸਾਰੇ ਐਸੀ ਆਫਿਸ ਖੋਲੇ ਹੋਏ ਆ, ਸੰਸਥਾਵਾਂ ਖੋਲੀਆਂ ਨੌਕਰੀ ਦੇਣ ਦੇ ਲਈ, ਅਨਰਜਿਸਟਰਡ ਨੇ। ਸਰਕਾਰ ਉਹਨਾਂ ਦੀ ਕੀ ਕਾਰਵਾਈ ਕਰੇਗੀ, ਕਿਆ ਤੁਹਾਨੂੰ ਲੱਗਦਾ? ਅੱਗੇ ਤਾਂ ਹੁੰਦਾ ਸੀ ਵੀ ਕੋਈ ਕਹਾਵਤ ਆਪਾਂ ਪਾਉਂਦੇ ਹੁੰਦੇ ਸੀ ਵੀ ਇੱਟ ਪੱਟਿਆਂ ਨਿਕਲਦੇ ਆ, ਹੁਣ ਇੱਟਾਂ ਦੇ ਉੱਤੇ ਚੜੇ ਬੈਠੇ ਆ। ਚਾਹੇ ਉਹ ਵਿਦੇਸ਼ ਭੇਜਣ ਵਾਲੇ ਏਜੰਟ ਹੋਣ, ਚਾਹੇ ਉਹ ਨੌਕਰੀਆਂ ਦੇ ਨਾਮ ਦੇ ਉੱਤੇ ਠੱਗੀ ਲਾਉਣ ਵਾਲੇ ਏਜੰਸੀਆਂ ਦੇ ਮਾਲਕ ਹੋਣ। ਵੱਡੇ ਇਸ਼ਤਿਹਾਰ ਦਿੰਦੇ ਅਖਬਾਰਾਂ ਦੇ ਵਿੱਚ, ਅੱਧੇ ਪੇਜ ਦੇ। ਸੌਰੀ ਟੂ ਸੇ, ਅਖਬਾਰ ਜਿਹੜੀ ਚੰਗੀ ਨਾਮੀ ਹੋਵੇ ਉਹਦੇ ਵਿੱਚ ਅੱਧੇ ਪੇਜ ਦਾ, ਫੁੱਲ ਪੇਜ ਦਾ, ਫਰੰਟ ਪੇਜ ਦਾ ਇਸ਼ਤਿਹਾਰ ਆ ਜਾਵੇ, ਸੁਭਾਵਿਕ ਆ ਕਿ ਆਮ ਲੋਕ ਜਿਹੜੇ ਆ ਉਹ ਉਸ ਪਾਸੇ ਨੂੰ ਆਕਰਸ਼ਿਤ ਹੋ ਜਾਂਦੇ ਆ। ਸਰਕਾਰ ਕੀ ਕਾਰਵਾਈ ਕਰਦੀ? ਜਿਹੜੇ ਫੱਟਾ ਲਾਈ ਬੈਠੇ ਆ ਨੌਕਰੀਆਂ ਦੇਣ ਦਾ, ਜਿਹੜੇ ਬਾਹਰ ਭੇਜਣ ਦਾ ਫੱਟਾ ਲਾਈ ਬੈਠੇ ਆ। ਅਫਸੋਸ ਆ ਕਿ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਜਿਹੜਾ ਸਾਡਾ ਤੰਤਰ ਆ, ਉਹ ਤੰਤਰ ਇਹਨਾਂ ਦੇ ਨਾਲ ਰਲਿਆ ਹੈ। ਡਿਸਟ੍ਰਿਕਟ ਲੈਵਲ ਦੇ ਉੱਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਚਲਾਉਣ ਵਾਲਾ ਤੰਤਰ ਇਹਨਾਂ ਲੋਕਾਂ ਦੇ ਨਾਲ ਹੈਂਡ ਐਂਡ ਗਲਵਸ ਹੈ। ਸੋ ਇਸ ਕਰਕੇ ਸਰਕਾਰ ਸਿਰਫ ਰੌਲਾ ਪਾਉਂਦੀ ਹੈ, ਪਰ ਜ਼ਮੀਨੀ ਹਕੀਕਤ ਦੇ ਉੱਤੇ ਇਹ ਲੁੱਟ ਦੀਆਂ ਹੱਟੀਆਂ ਬੰਦ ਕਰਾਉਣ ਵਾਸਤੇ ਕੰਮ ਕੋਈ ਨਹੀਂ ਕਰਦਾ। ਵੈਸਾ ਵਿੱਚ ਸਿਆਸਤ ਦੇ ਨਾਲ ਜੁੜਿਆ ਸਵਾਲ ਹੈਗਾ, ਰਵਨੀਤ ਬਿੱਟੂ ਤੇ ਜਥੇਦਾਰ ਅਕਾਲ ਤਖਤ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰ ਰਹੀ ਹੈ, ਕਿੱਦਾਂ ਦੇਖਦੇ ਹੋ ਤੁਸੀਂ? ਸੋ ਮੈਂ ਸਾਡੇ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਸਾਹਿਬ ਲੁਧਿਆਣਾ ਤੋਂ ਸਰਦਾਰ ਰਵਨੀਤ ਸਿੰਘ ਬਿੱਟੂ, ਉਹ ਕਦੇ ਕਿਸੇ ਗਾਉਣ ਵਾਲੇ ਦੀ ਗੱਲ ਕਰਦੇ ਆ, ਕਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਉਹਨਾਂ ਨੂੰ ਆਪਣਾ ਪਾਰਲੀਮਾਨੀ ਹਲਕਾ ਯਾਦ ਨਹੀਂ ਆਉਂਦਾ। ਪਾਰਲੀਮਾਨੀ ਹਲਕੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੁਧਿਆਣਾ ਨਾਲ ਸੰਬੰਧਿਤ ਲੋਕ ਅਰਬ ਕੰਟਰੀਆਂ ਦੇ ਵਿੱਚ ਫਸੇ ਹੋਏ ਆ ਲਾਕਡਾਊਨ ਕਾਰਨ। ਉਹਨਾਂ ਨੇ ਕਦੇ ਵਿਦੇਸ਼ ਮੰਤਰਾਲੇ ਦੇ ਨਾਲ ਕੋਈ ਟੇਕ ਅਪ ਕੀਤਾ ਹੋਵੇ ਮੈਂ ਨਹੀਂ ਅੱਜ ਤੱਕ ਸੁਣਿਆ ਵੀ ਬਿੱਟੂ ਜੀ ਕਿਸੇ ਨੂੰ ਫਸੇ ਹੋਏ ਨੂੰ ਵਿਦੇਸ਼ ਤੋਂ ਕਢਾ ਕੇ ਲਾਏ। ਜਿਹੜਾ ਪ੍ਰਵਿਊ ਹੈਗਾ ਮੈਂਬਰ ਆਫ ਪਾਰਲੀਮੈਂਟ ਦਾ, MLA ਦਾ ਪ੍ਰਵਿਊ ਨਹੀਂ ਗਾ, ਉਹ ਪ੍ਰਵਿਊ ਸਾਡੇ ਪਾਰਲੀਮੈਂਟ ਸਹਿਬਾਨਾਂ ਦਾ। ਐਂਡ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਅਲਝ ਕੇ ਜਾਂ ਗਾਉਣ ਵਾਲਿਆਂ ਦੀਆਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਕੋਈ ਪੋਸਟਾਂ ਪਾ ਕੇ ਲੋਕਾਂ ਦਾ ਧਿਆਨ ਡਾਇਵਰਟ ਕਰਨਾ, ਅਸਲ ਪਾਸੇ ਆ ਜਾਣ। ਜਿਹੜੇ ਕੰਮ ਲਈ ਲੋਕਾਂ ਨੇ ਉਹਨੂੰ ਵੋਟ ਪਾ ਕੇ ਮੈਂਬਰ ਪਾਰਲੀਮੈਂਟ ਬਣਾਇਆ, ਉਹ ਆਪਣੀ ਡਿਊਟੀ ਸੰਭਾਲ ਲੈਣ। ਇਹ ਔਰਲੀਆਂ ਪਰਲੀਆਂ ਗੱਲਾਂ ਕਰਕੇ ਟਾਈਮ ਵੇਸਟ ਨਾ ਕਰਨ। ਜਿਹੜੇ ਐਜੀਪੀਸੀ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।